ਫੈਡਰਲਿਜ਼ਮ ਦੀ ਵਕਾਲਤ ਕਰਦਾ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ ਜੰਮੂ ਕਸ਼ਮੀਰ ਦੇ ਵਿੱਚ। ਜਵਾਬ ਤੁਸੀਂ ਦੇ ਦਿਓ ਨਾ ਮੈਨੂੰ। ਨਹੀਂ ਮੈਨੂੰ ਜਵਾਬ ਦੇ ਦਿਓ ਇੱਕ ਮਿੰਟ, ਤੁਸੀਂ ਮੇਰਾ ਜਵਾਬ ਹੀ ਦਿਓ ਨਾ। ਤੁਸੀਂ ਖਾਲੀ ਹੁਣ ਸਵਾਲ ਪੁੱਛਿਆ ਮੈਨੂੰ, ਹੁਣ ਇਹਦਾ ਜਵਾਬ ਦਿਓ ਕਿ ਤੁਸੀਂ ਕੀ ਕਰਦੇ। ਤੁਸੀਂ ਉਹ ਜਵਾਬ ਦਿਓ, ਫਿਰ ਮੈਂ ਤੁਹਾਨੂੰ ਸਵਾਲ ਕਰਦਾ। ਮੈਂ ਜਦੋਂ ਕੀ ਕਰਦੇ ਵਿੱਚ ਬੋਲੋ। ਮੈਂ ਜਦੋਂ ਪਾਰਟੀ ਦੇ ਵਿੱਚ ਹੁੰਦਾ ਮੈਂ ਤੁਹਾਨੂੰ ਜ਼ਰੂਰ ਜਵਾਬ ਦਿੰਦਾ। ਇਸ ਟਾਈਮ ਮੈਂ ਐਜ਼ ਅ ਪੱਤਰਕਾਰ ਤੁਹਾਨੂੰ ਨਹੀਂ, ਮੈਂ ਪੱਤਰਕਾਰ ਹਾਂ, ਤੁਸੀਂ ਸਿਆਸਤਦਾਨ ਹੋ, ਤੁਸੀਂ ਪਾਰਟੀ ਦਾ ਹਿੱਸਾ ਹੋ। ਜਦੋਂ ਮੈਂ ਹੁੰਦਾ ਮੈਂ ਜਵਾਬ ਦਿੰਦਾ, ਇਸਦਾ ਠੋਕ ਕੇ ਦਿੰਦਾ। ਬਾਦਲ ਸਾਹਿਬ ਨੂੰ ਕਹਿੰਦੇ ਕਿ ਤੁਸੀਂ ਗਲਤ ਚੱਲ ਰਹੇ ਹੋ, ਤੁਸੀਂ ਗਲਤ ਚੱਲ ਰਹੇ ਹੋ। ਉਦੋਂ ਕਹਿੰਦੇ ਰਹੇ ਤੁਹਾਨੂੰ ਲੇਟ ਸਮਝ ਆਇਆ। ਇਹ ਮੰਨਦੇ ਹੋ ਤੁਹਾਨੂੰ ਲੇਟ ਸਮਝ ਆਇਆ ਇਹ ਗੱਲ? 1996 ਤੋਂ ਤੁਹਾਡਾ ਭਾਜਪਾ ਦੇ ਨਾਲ ਗੱਠਜੋੜ ਚੱਲੇ ਆ ਰਿਹਾ ਐਨਡੀ ਦੇ ਨਾਲ, ਤੇ ਇੰਨਾ ਲੰਮਾ ਗੱਠਜੋੜ ਰਿਹਾ ਹੋਵੇ ਤੇ ਤੁਸੀਂ ਆਪਣੀ ਸ਼ਰਤਾਂ ਵੀ ਨਾ ਮਨਵਾ ਸਕੇ ਹੋਵੇ। ਸ਼ਰਤਾਂ ਮਨਵਾਉਣਾ 300 ਐਮਪੀਆਂ ਦੀ ਪਾਰਟੀ ਦੇ ਕੋਲ 2 ਐਮਪੀ ਨੂੰ ਜਾ ਕੇ ਸ਼ਰਤਾਂ ਮਨਵਾਉਣਾ ਤੁਹਾਨੂੰ ਆਸਾਨ ਲੱਗਦਾ? ਤੁਹਾਡੀਆਂ ਸਟੇਟਮੈਂਟਾਂ ਨੇ ਨਾ ਕਿ ਨੂੰ ਮਾਸ ਦਾ ਰਿਸ਼ਤਾ ਹੈ ਸਾਡਾ ਭਾਜਪਾ ਦੇ ਨਾਲ ਐਨਡੀ ਦੇ ਨਾਲ। ਟੁੱਟ ਗਿਆ, ਮਾਸ ਵੱਖਰਾ ਹੋ ਗਿਆ। ਜੇ ਅਸੀਂ ਪੂਰੇ ਦੇਸ਼ ਦੀ ਸਟੈਂਡ ਦੇਣ ਲੱਗ ਪਾਂਗੇ ਤਾਂ ਅਗਲੇ ਦਿਨ ਘਰ ਬੈਠੇ ਹੋਵਾਂਗੇ, ਸਾਡਾ ਤਾਂ ਕੋਈ ਸਟੈਂਡ ਹੀ ਨਹੀਂ ਰਹਿ ਜਾਊਗਾ। ਸਾਡੇ ਖੱਸੇ ਛੱਡ ਦਿਓ, ਖੱਸੇ ਤੁਹਾਡਾ, ਤੁਸੀਂ ਜ਼ਿਮੀਂਦਾਰ ਜੇ, ਤੁਸੀਂ ਕਿਸਾਨ ਭਾਈਚਾਰਾ ਜੇ, ਖੱਸੇ ਕਿਸਾਨਾਂ ਦੇ ਨੇ। ਤੇ ਮੈਂ ਅਗਰ ਪੰਜਾਬੀ ਚ ਕਹਾਂ, ਕਹਿੰਦੇ ਤੂੰ ਨਹੀਂ ਬੋਲਦੀ, ਤੇਰੇ ਚੋਂ ਤੇਰਾ ਯਾਰ ਬੋਲਦਾ। ਇਹ ਕੈਪਟਨ ਸਾਹਿਬ ਦੇ ਬਿਆਨ ਨਹੀਂ ਹੋ ਸਕਦਾ, ਇਹ ਸਿੱਖ ਦਾ ਬਿਆਨ ਨਹੀਂ ਹੋ ਸਕਦਾ, ਇਹ ਪੰਜਾਬੀ ਮੁੱਖ ਮੰਤਰੀ ਦਾ ਬਿਆਨ ਨਹੀਂ ਹੋ ਸਕਦਾ। ਕਿਸਾਨੀ ਦੀਆਂ ਪੰਜਾਬ ਦੇ ਉਹ ਲੋਕਾਂ ਦੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੇ। ਇਹਨਾਂ ਦੀ ਆਵਾਜ਼ ਚੁੱਕਣਾ ਸਾਡਾ ਪਹਿਲਾ ਫਰਜ਼ ਹੈ। ਸੋ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਇਸ ਵੇਲੇ ਸਾਡੇ ਨਾਲ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਖੇਤੀ ਬਿੱਲਾਂ, ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਿਸਾਨ ਸੜਕਾਂ ਦੇ ਉੱਤੇ ਨੇ। ਅੱਜ ਵੀ ਰੇਲਾਂ ਰੋਕੀਆਂ ਗਈਆਂ ਨੇ, ਭਾਜਪਾਈਆਂ ਦੇ ਘਰਾਂ ਦਾ ਘਿਰਾਓ ਵੀ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਪਹਿਲਾਂ ਕਹਿੰਦਾ ਰਿਹਾ ਕਿ ਇਹ ਬਿੱਲ ਕਿਸਾਨਾਂ ਲਈ ਫਾਇਦੇਮੰਦ ਨੇ, ਪਰ ਅੱਜ ਇਹ ਗੱਲ ਆਖ ਰਿਹਾ ਕਿ ਇਹ ਬਿੱਲ ਕਿਸਾਨਾਂ ਲਈ ਮਾੜੇ ਨੇ, ਇਹਨਾਂ ਨਾਲ ਕਿਸਾਨੀ ਤਬਾਹ ਹੋ ਜਾਵੇਗੀ। ਇਸ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਅਕਾਲੀ ਦਲ ਦਾ ਪਹਿਲਾਂ ਵੀ ਸਟੈਂਡ ਹੋਈ ਸੀ ਔਰ ਅੱਜ ਵੀ ਹੋਈ ਆ। ਜਿਹੜਾ ਕਾਨੂੰਨ ਬਣਾਇਆ ਉਹਦੀ ਜਾਣਕਾਰੀ ਆਪਣੇ ਕਿਸਾਨ ਭਾਈਆਂ ਨੂੰ ਦਿੱਤੀ। ਜਿਹੜੀ ਕਿਸਾਨ ਭਾਈਆਂ ਨੇ ਉਹਦੇ ਖਦਸ਼ੇ ਦੱਸੇ ਸਾਡੇ ਪਰਿਵਾਰਾਂ ਨੇ, ਉਹ ਕੇਂਦਰ ਸਰਕਾਰ ਨੂੰ ਦਿੱਤੀ। ਕੇਂਦਰ ਸਰਕਾਰ ਦਾ ਵਜ਼ੀਰ ਚੰਡੀਗੜ੍ਹ 'ਚ ਆਉਂਦਾ ਹੈ, ਆ ਕੇ ਇੱਥੇ ਅਸ਼ੋਰੈਂਸ ਦੇ ਕੇ ਜਾਂਦਾ ਸਭ ਨੂੰ ਕਿ ਇਹ ਤੁਹਾਡੇ ਖਦਸ਼ੇ ਦੂਰ ਕੀਤੇ ਜਾਣਗੇ। ਲਿਖਤ 'ਚ ਦੇ ਕੇ ਜਾਂਦੇ ਆ ਕਿ MSP ਰਹੇਗਾ। ਲੇਕਿਨ ਜਿੱਦਣ ਇਹ ਬਿੱਲ ਆਉਂਦਾ ਹੈ, ਇਹ ਕਿਹਾ ਜਾਂਦਾ ਕਿ ਤੁਹਾਡੇ ਖਦਸ਼ੇ ਦੂਰ ਕਰਕੇ ਬਿੱਲ ਲਿਆਂਦਾ ਜਾਏਗਾ। ਲੇਕਿਨ ਜਦੋਂ ਬਿੱਲ ਆ ਜਾਂਦਾ, ਸਾਡੇ ਤੋਂ ਬਿਨਾਂ ਜਾਣਕਾਰੀ ਦਿੱਤੇ ਆ ਜਾਂਦਾ ਹੈ। ਔਰ ਸਾਡੇ ਗੱਲਾਂ ਜਿਹੜੀਆਂ ਕਿਸਾਨੀ ਦੀਆਂ ਗੱਲਾਂ ਸੀ, ਉਹਨਾਂ ਨੂੰ ਦਿੱਤੀਆਂ ਆ ਕੇ ਸੁਣਿਆ ਵੀ ਆਹ ਕੰਮ ਹੋਣੇ ਚਾਹੀਦੇ ਨੇ। ਸਰਦਾਰ ਸੁਖਬੀਰ ਸਿੰਘ ਬਾਦਲ BJP ਦੇ ਪ੍ਰਧਾਨ ਨੂੰ ਮਿਲਦੇ ਨੇ, ਮੰਤਰੀ ਨੂੰ ਮਿਲਦੇ ਨੇ, ਕ੍ਰਿਸ਼ੀ ਮੰਤਰੀ ਨੂੰ, ਸਾਰੀ ਜਾਣਕਾਰੀ ਦਿੱਤੀ ਜਾਂਦੀ ਆ ਜੀ। ਔਰ ਸਾਨੂੰ ਆਸ਼ਵਾਸਨ ਦਿੱਤਾ ਜਾਂਦਾ ਹੈ। ਤੇ ਜਦੋਂ ਉਹਨਾਂ ਨੇ ਨਹੀਂ ਮੰਨਿਆ ਤੇ ਵਿਕਲਪ ਕੀ ਬਚਿਆ? ਇੱਕ ਗੱਲ। ਹੁਣ ਦੂਜੀ ਗੱਲ, ਹੁਣ ਆਪਾਂ ਦੂਜੀ ਸਿਚੁਏਸ਼ਨ ਤੇ ਆਉਂਦੇ ਆ। ਮੰਨ ਲਓ 3 ਮਹੀਨੇ ਪਹਿਲਾਂ ਆਪਾਂ ਛੱਡ ਦਿੰਦੇ, ਠੀਕ ਆ। ਹੁਣ ਫਿਰ ਆਪਾਂ ਅਗਰ ਉਹਨੂੰ 3 ਮਹੀਨੇ ਪਹਿਲਾਂ ਛੱਡਾਂਗੇ, ਫਿਰ 5 ਸਿਚੁਏਸ਼ਨਾਂ ਹੋ ਰਹੀਆਂ ਸੀ, ਉਹਨਾਂ ਦਾ ਦੱਸੋ। ਜਦੋਂ GST ਲੰਗਰ ਤੇ ਲੱਗ ਗਿਆ ਸੀਗਾ, ਉਦੋਂ ਛੱਡ ਦਿੰਦੇ, ਉਹ ਵਾਪਸ ਕਰਾਇਆ। ਜਿੱਦਣ ਪਾਣੀਆਂ ਦੇ ਬਿੱਲ ਲੋਕ ਸਭਾ 'ਚ ਲੱਗਣ ਨੂੰ ਆ ਗਏ ਸੀਗੇ, ਉਦੋਂ ਛੱਡ ਕੇ ਭੱਜ ਜਾਂਦੇ ਪੰਜਾਬ ਤੋਂ ਹੀ, ਅੰਮ੍ਰਿਤਸਰ ਤੋਂ ਵਾਪਸ ਚਲੇ ਜਾਂਦੇ। ਨਹੀਂ, ਲੜਾਈ ਲੜੀ, ਵਾਪਸ ਕਰਾਏ ਬਿੱਲ। ਜਦੋਂ ਤੁਸੀਂ ਸਰਕਾਰ ਦੇ ਅੰਦਰ ਜੇ ਤੇ ਤੁਹਾਡਾ ਫਰਜ਼ ਬਣਦਾ ਉਸ ਲੜਾਈ ਨੂੰ ਲੜਨਾ। ਜੇਕਰ ਅਸੀਂ 3 ਮਹੀਨੇ ਪਹਿਲਾਂ ਛੱਡ ਦਿੰਦੇ ਤਾਂ ਪਤਾ ਕੀ ਕਹਿਣਾ ਸੀ? ਇਹ ਤਾਂ ਜੀ ਡਰਾਮੇਬਾਜ਼ੀ ਕਰਦੇ ਪਏ ਨੇ ਇਹਨਾਂ ਨੇ। ਜੇ ਇਹਨਾਂ ਨੇ ਪਾਣੀਆਂ ਦੇ ਬਿੱਲ ਵਾਪਸ ਕਰਾਤੇ ਸੀ, ਜੇ ਇਹਨਾਂ GST ਕਰਾਤੀ ਸੀ, ਤੇ ਇਹ ਕਿਉਂ ਨਹੀਂ ਕਰਾ ਸਕਦੇ ਸੀ? ਇਹ ਤੇ ਜਾਣ ਬੁੱਝ ਕੇ ਮਿਲੀ ਭੁਗਤਾ ਜੀ BJP ਦੀ ਔਰ ਅਕਾਲੀ ਦਲ ਦੀ। ਇਹ ਕਹਿ ਰਹੇ ਨੇ ਜੀ ਕਿ ਤੁਸੀਂ ਛੱਡ ਦਿਓ ਤੇ ਅਸੀਂ ਬਿੱਲ ਪਾਸ ਕਰ ਦਿੰਦੇ ਹਾਂ। ਇੱਕ ਸਵਾਲ ਜ਼ਰੂਰ ਬਣਦਾ ਹੈ, 1996 ਤੋਂ ਤੁਹਾਡਾ ਭਾਜਪਾ ਦੇ ਨਾਲ ਗੱਠਜੋੜ ਚੱਲੇ ਆ ਰਿਹਾ ਐਨਡੀ ਦੇ ਨਾਲ, ਤੇ ਇੰਨਾ ਲੰਮਾ ਗੱਠਜੋੜ ਰਿਹਾ ਹੋਵੇ ਤੇ ਤੁਸੀਂ ਆਪਣੀ ਸ਼ਰਤਾਂ ਵੀ ਨਾ ਮਨਵਾ ਸਕੇ ਹੋਵੇ, ਤੁਹਾਨੂੰ ਕਿੱਥੇ ਲੱਗਦਾ ਕਿ ਅਕਾਲੀ ਦਲ ਕਮਜ਼ੋਰ ਰਹਿ ਗਿਆ? ਨਹੀਂ ਤੇ ਇਹਦੇ 'ਚ ਕੀ ਕਰ ਸਕਦੇ? ਨਹੀਂ, ਸ਼ਰਤਾਂ ਮਨਵਾਉਣਾ 300 ਐਮਪੀਆਂ ਦੀ ਪਾਰਟੀ ਦੇ ਕੋਲ 2 ਐਮਪੀ ਨੂੰ ਜਾ ਕੇ ਸ਼ਰਤਾਂ ਮਨਵਾਉਣਾ ਤੁਹਾਨੂੰ ਆਸਾਨ ਲੱਗਦਾ? ਤੁਹਾਡੀਆਂ ਸਟੇਟਮੈਂਟਾਂ ਨੇ ਨਾ ਕਿ ਨੂੰ ਮਾਸ ਦਾ ਰਿਸ਼ਤਾ ਹੈ ਸਾਡਾ ਭਾਜਪਾ ਦੇ ਨਾਲ ਐਨਡੀ ਦੇ ਨਾਲ। ਟੁੱਟ ਗਿਆ, ਮਾਸ ਵੱਖਰਾ ਹੋ ਗਿਆ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਹਰਸਿਮਰਤ ਕੌਰ ਬਾਦਲ ਤਾਂ ਇਹ ਵੀ ਕਹਿ ਰਹੇ ਨੇ ਕਿ ਸਾਨੂੰ ਭਾਈਵਾਲਾਂ ਨੂੰ ਇਹਦੇ ਵਿੱਚ ਪਹਿਲਾਂ ਭਰੋਸੇ ਵਿੱਚ ਲਿਆ ਹੀ ਨਹੀਂ ਗਿਆ? ਜਦੋਂ ਬਿੱਲ ਆਇਆ ਸੀਗਾ, ਜਦੋਂ ਧਾਰਾ 300 ਆਰਡੀਨੈਂਸ ਆਇਆ ਸੀ, ਜਦੋਂ ਧਾਰਾ 370 ਦੇ ਬਾਰੇ ਅੱਜ ਇਹ ਸਟੇਟਮੈਂਟ ਆ ਰਹੀ ਹੈ ਅਕਾਲੀ ਦਲ ਦੀ ਕਿ ਧਾਰਾ 370 ਦੇ ਮੁੱਦੇ ਉੱਤੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਭਰੋਸੇ ਵਿੱਚ ਨਹੀਂ ਲਿਆ ਗਿਆ, ਤੇ ਅੱਜ ਤੁਸੀਂ ਉਹਦਾ ਵਿਰੋਧ ਕਰ ਰਹੇ ਹੋ। ਪਹਿਲਾਂ ਤੁਸੀਂ ਉਹਦਾ ਸਮਰਥਨ ਕਰਦੇ ਰਹੇ ਹੋ। ਅਸੀਂ ਉਹਦੇ ਵਿਰੋਧ ਦੇ ਅੰਦਰ ਪੰਜਾਬ ਦੇ ਹਿੱਤਾਂ ਨੂੰ ਠੇਸ ਪਹੁੰਚਾਈਏ, ਇਹ ਤਾਂ ਸਿਆਣਪ ਨਹੀਂ ਹੈਗੀ। 370 ਪੰਜਾਬ ਦੇ ਹਿੱਤਾਂ ਦੇ ਨਾਲ ਲੜਾਈ ਨਹੀਂ, ਉਹ ਸਾਡੀ ਸਿਧਾਂਤਿਕ ਲੜਾਈ ਦੀ ਇੱਕ ਆਵਾਜ਼ ਆ। ਜਿਹੜੀ ਅੱਜ ਕਿਸਾਨੀ ਦੀ ਗੱਲ ਆ, ਉਹ ਪੰਜਾਬ ਦੀ ਗੱਲ ਆ, ਸਾਡੀ ਖੇਤਰੀ ਪਾਰਟੀ ਆ। ਅਸੀਂ ਪੂਰੇ ਦੇਸ਼ ਦੇ ਮੁੱਦਿਆਂ ਨੂੰ ਲੈ ਕੇ ਲੜਾਈ ਲੜ ਕੇ ਛੱਡ ਕੇ ਪਾਰਟੀਆਂ ਨਹੀਂ ਭੱਜਾਂਗੇ। ਮਹਾਰਾਸ਼ਟਰ 'ਚ ਕੀ ਹੋ ਗਿਆ? ਮਹਾਰਾਸ਼ਟਰ ਸਰਕਾਰ ਨਾਲ ਕੀ ਹੋਇਆ? ਕਸ਼ਮੀਰ ਦੀ ਸਰਕਾਰ ਨਾਲ ਕੀ ਹੋਇਆ? ਹਿਮਾਚਲ ਦਾ ਗਵਰਨਰ ਅੰਦਰ ਦੇਤਾ,
ਰਾਜਸਥਾਨ ਦੇ ਸੀਐਮ ਨੂੰ ਅੰਦਰ ਦੇ ਦਿੱਤਾ। ਇਸ ਨਾਮ ਤੇ ਤੁਸੀਂ ਪੰਜਾਬ ਦੇ ਲੋਕਾਂ ਦੀ ਕਿਸਾਨੀ ਦੀਆਂ ਪੰਜਾਬ ਦੇ ਉਹ ਲੋਕਾਂ ਦੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੇ। ਇਹਨਾਂ ਦੀ ਆਵਾਜ਼ ਚੁੱਕਣਾ ਸਾਡਾ ਪਹਿਲਾ ਫਰਜ਼ ਆ। ਉਹਦੀ ਆਵਾਜ਼ ਬੋਲੋ, ਲੇਕਿਨ ਉਹਦੇ ਪਿੱਛੇ ਤੁਸੀਂ ਫੈਸਲੇ ਲੈ ਲਓਗੇ, ਇਹ ਤਾਂ ਕੋਈ ਵੀ ਨਹੀਂ ਹੋ ਸਕਦਾ, ਕਦੀ ਵੀ ਨਹੀਂ ਹੋ ਸਕਦਾ। ਫੈਸਲਾ ਜਿੱਦਣ ਲਿਆ ਉਦੋਂ, ਜਿੱਦਣ ਪੰਜਾਬੀਅਤ ਦੀ ਗੱਲ ਉਦੋਂ ਫੈਸਲਾ ਲਿਆ। ਨਹੀਂ ਸਿਰਸਾ ਸਾਹਿਬ, ਇਹਦੇ ਵਿੱਚ ਤੁਸੀਂ ਇੱਕ ਗੱਲ ਦੇਖੋ, ਤੁਸੀਂ ਸਿਧਾਂਤਾਂ ਦੀ ਗੱਲ ਕਰ ਰਹੇ ਹੋ। ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ ਇਹ ਕਹਿੰਦਾ ਹੈ, ਫੈਡਰਲਿਜ਼ਮ ਦੀ ਵਕਾਲਤ ਕਰਦਾ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ ਜੰਮੂ ਕਸ਼ਮੀਰ ਦੇ ਵਿੱਚ। ਜਵਾਬ ਤੁਸੀਂ ਦੇ ਦਿਓ ਨਾ ਮੈਨੂੰ। ਨਹੀਂ, ਮੇਰਾ ਜਵਾਬ ਦੇ ਦਿਓ ਇੱਕ ਮਿੰਟ, ਤੁਸੀਂ ਮੇਰਾ ਜਵਾਬ ਹੀ ਦਿਓ ਨਾ। ਤੁਸੀਂ ਖਾਲੀ ਹੁਣ ਸਵਾਲ ਪੁੱਛਿਆ ਮੈਨੂੰ, ਹੁਣ ਇਹਦਾ ਜਵਾਬ ਦਿਓ ਕਿ ਤੁਸੀਂ ਕੀ ਕਰਦੇ। ਤੁਸੀਂ ਉਹ ਜਵਾਬ ਦਿਓ, ਫਿਰ ਮੈਂ ਤੁਹਾਨੂੰ ਸਵਾਲ ਕਰਦਾ ਨਾ। ਮੈਂ ਜਦੋਂ ਕੀ ਕਰਦੇ ਬੋਲੋ। ਮੈਂ ਜਦੋਂ ਪਾਰਟੀ ਦੇ ਵਿੱਚ ਹੁੰਦਾ ਮੈਂ ਤੁਹਾਨੂੰ ਜ਼ਰੂਰ ਜਵਾਬ ਦਿੰਦਾ। ਇਸ ਟਾਈਮ ਮੈਂ ਐਜ਼ ਅ ਪੱਤਰਕਾਰ ਤੁਹਾਨੂੰ ਨਹੀਂ, ਮੈਂ ਪੱਤਰਕਾਰ ਹਾਂ, ਤੁਸੀਂ ਸਿਆਸਤਦਾਨ ਹੋ, ਤੁਸੀਂ ਪਾਰਟੀ ਦਾ ਹਿੱਸਾ ਹੋ। ਜਦੋਂ ਮੈਂ ਹੁੰਦਾ ਮੈਂ ਜਵਾਬ ਦਿੰਦਾ, ਇਸਦਾ ਠੋਕ ਕੇ ਦਿੰਦਾ, ਤੇ ਮੈਂ ਸ਼ਾਇਦ ਉਸ ਤੋਂ ਪਹਿਲਾਂ ਹੀ, ਤੁਸੀਂ ਹੁਣ ਲੇਟ ਤੋੜਿਆ ਗੱਠਜੋੜ, ਮੈਂ ਪਹਿਲਾਂ ਹੀ ਤੋੜ ਕੇ ਆ ਜਾਂਦਾ। ਫਿਰ ਮੈਂ ਤੁਹਾਨੂੰ ਇਹ ਸਵਾਲ ਪੁੱਛਦਾ ਵੀ ਜਦੋਂ ਪਾਣੀਆਂ ਦਾ ਹੱਲ ਕਰਾ ਲਿਆ ਸੀਗਾ, GST ਦਾ ਹੱਲ ਕਰਾ ਲਿਆ ਸੀ, ਤੇ ਹੁਣ ਕਿਉਂ ਛੱਡ ਕੇ ਆਏ ਜੀ? ਇਹਦਾ ਕੀ ਜਵਾਬ ਆ? ਮੈਂ ਇਹ ਤੁਹਾਨੂੰ ਜਵਾਬ ਇਸ ਦਾ ਵੀ ਤੁਹਾਨੂੰ ਦੇ ਦੇਣਾ ਕਿ ਪੰਜਾਬ ਦੀ ਸੱਤਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵੀ ਰਾਜ ਕੀਤਾ, ਕਾਂਗਰਸ ਨੇ ਵੀ ਰਾਜ ਕੀਤਾ। ਨਹੀਂ, ਕਾਂਗਰਸ ਨੇ। ਜੇ ਤੁਸੀਂ ਮੇਰੇ ਕੋਲ ਸਵਾਲ ਜਵਾਬ ਪੁੱਛ ਰਹੇ ਹੋ, ਮੇਰੇ ਕੋਲ ਸੁਣ ਲਓ। ਤੁਹਾਡੇ ਮੁੱਖ ਮੰਤਰੀ ਰਹੇ ਇੱਥੇ ਪ੍ਰਕਾਸ਼ ਸਿੰਘ ਬਾਦਲ 5 ਵਾਰ। ਅੱਜ ਫੈਡਰਲ ਤੁਸੀਂ ਕਹਿੰਦੇ ਹੋ ਕਿ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰ ਗਈ ਕੇਂਦਰ ਸਰਕਾਰ। ਮੁੱਖ ਮੰਤਰੀ ਕੌਣ ਰਹੇ, ਅਗਵਾਈ ਕੌਣ ਕਰਦੇ ਰਹੇ? ਤੁਹਾਨੂੰ ਲੱਗਦਾ ਕਿ ਤੁਹਾਡੀ ਪਾਰਟੀ ਕਮਜ਼ੋਰ ਰਹੀ? ਸਵਾਲ ਦਾ ਜਵਾਬ ਨਹੀਂ ਦਿੱਤਾ, ਫਿਰ ਤੁਸੀਂ ਦੇਖਿਆ ਨਾ। ਨਹੀਂ, ਤੁਸੀਂ ਜਵਾਬ ਦੇ ਦਿਓ। ਜਦੋਂ ਜਵਾਬ ਦੇਣਾ ਹੁੰਦਾ ਹੈ ਨਾ, ਦੇਖੋ ਚੱਲਦੇ ਫਿਰਦੇ ਗੱਲ ਕਰਨੀ ਸੌਖੀ ਆ, ਲੇਕਿਨ ਜਦੋਂ ਤੁਹਾਨੂੰ ਤੱਥਾਂ ਨਾਲ ਜਵਾਬ ਦੇਣਾ ਹੈ ਨਾ, ਉਦੋਂ ਗੱਲ ਬਦਲ ਜਾਂਦੀ ਆ। ਮੈਂ ਫਿਰ ਤੁਹਾਨੂੰ ਦੁਬਾਰਾ ਕਹਿਣ ਲੱਗਾ, ਦੁਬਾਰਾ ਸਮਝੋ ਜੀ। ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਆ। ਬਿਲਕੁਲ ਜੀ। ਸਾਡੀ ਪਾਰਟੀ ਦਾ ਬਾਕੀ ਪਾਰਟੀਆਂ ਦਾ ਇਹੀ ਅੰਤਰ ਆ। ਸਾਡੇ ਮੁੱਦੇ ਪੰਜਾਬ ਦੇ ਮੁੱਦੇ ਨੇ, ਪੰਜਾਬ ਦੇ ਮੁੱਦੇ ਸਾਡੇ ਮੁੱਦੇ ਨੇ। ਅਸੀਂ ਸਾਰੇ ਮੁੱਦਿਆਂ ਤੇ ਬਿਆਨ ਦਿੰਦੇ ਆ, ਮੈਂ ਵੀ ਬੋਲਦਾ ਸਾਰੇ ਮੁੱਦਿਆਂ ਤੇ, ਲੇਕਿਨ ਸਟੈਂਡ ਕਿਹਦੇ ਮੁੱਦੇ ਤੇ ਲੈਣਾ ਹੈ? ਸਟੈਂਡ ਆਪਣੇ ਮੁੱਦੇ ਤੇ ਲੈ ਸਕਦੇ ਆ, ਤੇ ਜੇ ਉਹਨਾਂ ਦੇ ਮੁੱਦਿਆਂ ਤੇ ਸਟੈਂਡ ਲਾਂਗੇ ਦੇਖਦੇ ਡਿੱਗ ਪਾਂਗੇ ਮੂੰਹ ਪਰ, ਕੰਮ ਖਤਮ ਹੋ ਜੂ, ਘਰ ਬਹਿ ਜਾਓ। ਦੇਖੋ ਆਖਿਰਕਾਰ ਇਸ ਪੰਜਾਬ ਨੂੰ ਸਟੇਬਿਲਿਟੀ, ਪੰਜਾਬ ਦੇ ਲੋਕਾਂ ਦੀ ਸਟੇਬਿਲਿਟੀ, ਸੱਤਾ ਜਿਹੜੀ ਆ ਉਹ ਕੇਂਦਰ ਦੀ ਕਿਹਦੇ ਕੋਲ ਆ? ਜਾਂ BJP ਕੋਲ ਆ ਜਾਂ ਕਾਂਗਰਸ ਕੋਲ ਆ। ਤੁਸੀਂ ਆਈਸੋਲੇਸ਼ਨ 'ਚ ਨਹੀਂ ਰਹਿ ਸਕਦੇ, ਇਕੱਲੇ ਨਹੀਂ ਰਹਿ ਸਕਦੇ। ਤੁਹਾਡਾ ਭਾਈਚਾਰਾ ਪੂਰੇ ਦੇਸ਼ ਅੰਦਰ ਆ। ਤੁਹਾਨੂੰ ਆਪਣੇ ਮੁੱਦਿਆਂ ਦੀ ਲੜਾਈ ਲੜਨੀ ਆ, ਸਿਧਾਂਤਾਂ ਦੀ ਲੜਾਈ ਲੜਨੀ ਆ। ਸਿਧਾਂਤ ਔਰ ਮੁੱਦਿਆਂ ਦੇ ਅੰਦਰ ਤੁਹਾਡਾ ਪੰਜਾਬ ਔਰ ਤੁਹਾਡੀ ਪੰਜਾਬੀਅਤ ਹੀ ਪ੍ਰਾਇੋਰਟੀ ਹੋ ਸਕਦੀ ਆ, ਕਿਉਂਕਿ ਤੁਸੀਂ ਖੇਤਰੀ ਪਾਰਟੀ ਜੇ। ਮੈਂ ਅਗਰ ਜੰਮੂ ਕਸ਼ਮੀਰ ਦੇ ਸਟੈਂਡ ਤੇ ਜਾ ਕੇ ਕੋਈ ਕਾਰਵਾਈ ਕਰਦਾ ਏ ਤੇ ਮੈਨੂੰ ਪੰਜਾਬ ਦੇ ਲੋਕ ਪੁੱਛਣਗੇ ਵੋਟਾਂ ਤੈਨੂੰ ਅਸੀਂ ਪਾਈਆਂ, ਸਟੈਂਡ ਤੂੰ ਉਹਨਾਂ ਲਈ ਜਾ ਕੇ ਲੈਂਦਾ ਪਿਆ। ਅਸੀਂ ਉਹਨਾਂ ਤੇ ਬੋਲ ਸਕਦੇ ਆ ਪਰ ਸਟੈਂਡ ਨਹੀਂ। ਇਹ ਅੰਤਰ ਆ। ਸਿਧਾਂਤ ਤਾਂ ਤੁਹਾਡੇ ਕਹਿ ਰਹੇ ਨਾ, ਤੁਸੀਂ ਸੂਬਿਆਂ ਦੇ ਅਧਿਕਾਰਾਂ ਦੀ ਵਾਧੂ ਗੱਲ ਕਰਦੇ ਹੋ, ਦੂਜੇ ਪਾਸੇ ਉਹ ਸੂਬੇ ਦੇ ਕੋਲੋਂ ਅਧਿਕਾਰ ਖੋਏ ਜਾ ਰਹੇ ਨੇ। ਜੰਮੂ ਕਸ਼ਮੀਰ ਦੇ ਕੋਲੋਂ ਉਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡ ਦਿੱਤਾ ਗਿਆ, ਤੁਸੀਂ ਉੱਥੇ ਵੋਟ ਪਾਈ, ਸਮਰਥਨ ਕੀਤਾ। ਤੁਸੀਂ ਸਵਾਲ ਪੁੱਛੋ, ਤੁਸੀਂ ਜਵਾਬ ਨਹੀਂ ਦੇ ਪਾ ਰਹੇ। ਤੁਹਾਨੂੰ ਮੈਂ ਇਹ ਕਹਿ ਰਿਹਾ ਨਾ, ਸਿਧਾਂਤ ਕਿੱਥੇ ਗਏ ਉਹਦੀ ਗੱਲ ਕਰ ਰਿਹਾ ਕਿ ਜਿਹੜੇ ਸਿਧਾਂਤਾਂ ਤੇ ਤੁਸੀਂ ਚੱਲ ਰਹੇ ਸੀ। ਸਾਡੀ ਖੇਤਰੀ ਪਾਰਟੀ ਪੰਜਾਬ ਦੀ ਲੜਾਈ ਲੜਨ ਵਾਸਤੇ ਸਟੈਂਡ ਲਵਾਂਗੇ। ਜੇ ਅਸੀਂ ਪੂਰੇ ਦੇਸ਼ ਲਈ ਸਟੈਂਡ ਦੇਣ ਲੱਗ ਪਾਂਗੇ ਤਾਂ ਅਗਲੇ ਦਿਨ ਘਰ ਬੈਠੇ ਹੋਵਾਂਗੇ, ਸਾਡਾ ਤਾਂ ਕੋਈ ਸਟੈਂਡ ਹੀ ਨਹੀਂ ਰਹਿ ਜਾਊਗਾ। ਬਈ ਅੱਜ ਇੱਕ ਜਗ੍ਹਾ ਤੇ ਹੋ ਰਿਹਾ, ਕੱਲ ਰਾਜਸਥਾਨ 'ਚ ਹੋ ਰਿਹਾ, ਪਰਸੋਂ ਕਸ਼ਮੀਰ 'ਚ ਹੋ ਰਿਹਾ, ਚੌਥ ਉੱਥੇ ਹੋ ਰਿਹਾ। ਅਸੀਂ ਸਿਧਾਂਤਿਕ ਤੌਰ ਤੇ ਲੜਾਈ ਉਹਨਾਂ ਨਾਲ ਖੜੇ ਹਾਂ, ਲੇਕਿਨ ਜਦੋਂ ਸਟੈਂਡ ਲੈਣ ਦੀ ਗੱਲ ਆਊਗੀ ਤੇ ਆਪਣੇ ਲੋਕਾਂ ਪਿੱਛੇ ਸਟੈਂਡ ਲਵਾਂਗੇ। ਅਸੀਂ ਆਪਣੀ ਪੰਜਾਬੀਆਂ ਪਿੱਛੇ ਸਟੈਂਡ ਲੈਣਾ ਬੰਦ ਕਰ ਦੀ, ਉਹਨਾਂ ਪਿੱਛੇ ਤੁਰ ਪਵਾਂਗੇ ਤੇ ਲੋਕ ਸਾਨੂੰ ਪੁੱਛਣਗੇ ਭਾਈ ਵਾਰੀ ਤੇ ਤੁਹਾਨੂੰ ਦਿੱਤੀ ਆ, ਬਿਠਾਇਆ ਤੇ ਅਸੀਂ ਤੁਹਾਨੂੰ ਕੁਰਸੀ ਤੇ ਲਿਜਾ ਕੇ ਆ, ਤੇ ਲੜਾਈ ਉਹਨਾਂ ਦੇ ਪਿੱਛੇ ਜਾ ਕੇ ਛੱਡ ਕੇ ਘਰ ਜਾ ਕੇ ਬਹਿ ਗਏ ਜੀ। ਸੋ ਤੁਹਾਨੂੰ ਪੰਜਾਬ ਔਰ ਪੰਜਾਬੀਅਤ ਦੇ ਹੀ ਮੁੱਦਿਆਂ ਤੇ ਸਟੈਂਡ ਲੈਣਾ ਪਊਗਾ, ਜਿਹੜੀ ਵੀ ਖੇਤਰੀ ਪਾਰਟੀ ਆ। ਜੇ ਹਰਿਆਣੇ ਦੀ ਖੇਤਰੀ ਪਾਰਟੀ ਆ, ਉਹਨੂੰ ਹਰਿਆਣੇ ਦੇ, ਹੁਣ ਜੰਮੂ ਕਸ਼ਮੀਰ ਆ, ਜੰਮੂ ਕਸ਼ਮੀਰ PDP ਆ ਜਾਂ ਫਾਰੂਕ ਅਬਦੁੱਲਾ ਜੀ ਆ, ਉਹ ਸਾਡੇ ਨਾਲ ਗੱਲਬਾਤ ਹੈ ਉਹਨਾਂ ਦੀ। ਲੇਕਿਨ ਜਦੋਂ ਜੰਮੂ ਕਸ਼ਮੀਰ ਦੀ ਗੱਲ ਆਉਂਦੀ ਉਹਦੇ ਤੋਂ ਆਪਣੇ ਰਿਜ਼ਾਈਨ ਦੇ ਕੇ ਭੱਜੇ ਨੇ। ਪੰਜਾਬ ਦੀ ਲੜਾਈ ਦੇ ਅੰਦਰ ਰਿਜ਼ਾਈਨ ਦੇ ਕੇ ਘਰ ਬਹਿ ਜਾਣਗੇ ਤੇ ਪੰਜਾਬ ਦੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਪੁੱਛਣਗੇ ਵੀ ਫਾਰੂਕ ਸਾਹਿਬ ਬਣਾਇਆ ਅਸੀਂ ਜਾ ਕੇ ਤੁਸੀਂ ਘਰ ਬਹਿ ਗਏ ਜੀ। ਕੋਈ ਵੀ ਸੂਬਾ ਜਿਹੜਾ ਹੈ, ਸੂਬੇ ਦੀ ਸਿਆਸਤ ਕਰਨ ਵਾਲੇ ਲੋਕ ਜਿਹੜੇ ਉਹ ਸੂਬੇ ਦੀ ਹੀ ਚਿੰਤਾ ਕਰ ਸਕਦੇ। ਤੁਸੀਂ ਹੁਣ NDA ਤੋਂ ਕੀ ਚਾਹੁੰਦੇ ਹੋ ਕਿ ਖੇਤੀ ਕਾਨੂੰਨਾਂ ਦੇ ਉੱਤੇ NDA ਨੂੰ ਕੀ ਕੁਝ ਕਰਨਾ ਚਾਹੀਦਾ? ਨਹੀਂ ਦੇਖੋ, ਖੇਤੀ ਕਾਨੂੰਨ ਤਾਂ ਬੜਾ ਸਿੰਪਲ ਆ, ਸਾਨੂੰ ਪੁੱਛਣ ਦੀ ਲੋੜ ਹੀ ਨਹੀਂ। ਕਿਸਾਨ ਜੋ ਚਾਹੁੰਦਾ ਹੈ ਉਹਦੇ ਖਦਸ਼ੇ ਦੂਰ ਦੇ ਕੇ ਉਹਨੂੰ ਕਾਨੂੰਨੀ ਰੂਪ ਦੇ ਦਿਓ, ਬਸ ਕੰਮ ਖਤਮ। ਜੇ ਕਿਸਾਨ ਦੇ ਖਦਸ਼ਿਆਂ ਨੂੰ ਤੁਸੀਂ ਕਾਨੂੰਨੀ ਜਾਮਾ ਪਵਾ ਦਿੰਦੇ ਜੇ ਤੇ ਲੜਾਈ ਨਹੀਂ ਹੈਗੀ ਕੋਈ ਵੀ। ਕਿਸਾਨ ਕੋਈ ਇਹ ਤਾਂ ਕਹਿ ਨਹੀਂ ਰਿਹਾ ਕਿ ਸਾਨੂੰ ਚੰਦਰਮਾ ਤੋੜ ਕੇ ਲਿਆ ਦਿਓ। ਕਿਸਾਨ ਇਹ ਤਾਂ ਕਹਿ ਨਹੀਂ ਰਿਹਾ, ਕਿਸਾਨ ਇਹ ਨਹੀਂ ਕਹਿ ਰਿਹਾ ਕਿ ਮੇਰੀ ਜ਼ਮੀਨ ਦੇ ਬਦਲੇ ਮੈਨੂੰ ਆਹ ਦੇ ਦਿਓ। ਕਿਸਾਨ ਕਹਿੰਦਾ ਭਾਈ ਮੈਂ ਮਿਹਨਤ ਕਰਕੇ ਕਮਾਉਣਾ, ਮੈਂ ਮਿਹਨਤ ਕਰ ਆਦਮੀ ਆ, ਮੇਰੀ ਮਿਹਨਤਾਨਾ ਜਿਹੜਾ ਹੈ ਉਹ ਮੇਰੀ ਜੇਬ ਸਿੱਧਾ ਪਾਇਓ ਜੇ। ਮੈਂ ਇਹਦੇ ਤੋਂ ਮੰਗਦਾ ਫਿਰਾਂ, ਮੈਂ ਉਹ ਤੋਂ ਮੰਗਦਾ ਫਿਰਾਂ, ਲੋਕਾਂ ਤੋਂ ਲੜਦਾ ਫਿਰਾਂ, ਮੈਨੂੰ ਮਿਲਣ ਨਾ, ਮੈਂ ਸੜਕਾਂ ਤੇ ਖਾਂਦਾ ਫਿਰਾਂ, ਉਹ ਕੰਮ ਨਾ ਮੇਰੇ ਨਾਲ ਕਰੋ। ਇਹੀ ਗੱਲ ਤਾਂ ਕਿਸਾਨ ਤੁਹਾਨੂੰ ਪਹਿਲਾਂ ਸਮਝਾਉਂਦੇ ਆਏ, ਬੁੱਧੀਜੀਵੀ ਵੀ ਸਮਝਾਉਂਦੇ ਆਏ ਕਿ ਅਕਾਲੀ ਦਲ ਨੂੰ, ਬਾਦਲ ਸਾਹਿਬ ਨੂੰ ਕਹਿੰਦੇ ਕਿ ਤੁਸੀਂ ਗਲਤ ਚੱਲ ਰਹੇ ਹੋ, ਤੁਸੀਂ ਗਲਤ ਚੱਲ ਰਹੇ ਹੋ। ਉਦੋਂ ਕਹਿੰਦੇ ਰਹੇ, ਤੁਹਾਨੂੰ ਲੇਟ ਸਮਝਾਇਆ, ਇਹ ਮੰਨਦੇ ਹੋ ਤੁਹਾਨੂੰ ਲੇਟ ਸਮਝਾਇਆ ਇਹ ਗੱਲ? ਦੇਖੋ ਹੁਣ ਮੈਂ ਤੁਹਾਨੂੰ ਆਖਰੀ ਨਾਲ ਸਮਝਾਉਣ ਲੱਗਾ ਔਰ ਮੈਂ ਸਰੋਤਿਓ ਤੁਹਾਨੂੰ ਫੇਰ ਕਹਿ ਰਿਹਾ, ਜਾਂ ਤੇ ਬੰਦਾ ਸਮਝਣਾ ਨਹੀਂ ਚਾਹੁੰਦਾ ਜਾਂ ਸਮਝ ਕੇ ਉਹ ਕਹਿੰਦਾ ਪੇੜ ਨੂੰ ਜੱਫਾ ਪਾਇਆ ਸੀ ਬੰਦੇ ਨੇ, ਕਹਿੰਦਾ ਮੈਨੂੰ ਪੇੜ ਤੋਂ ਛਡਾਓ, ਪੇੜ ਤੋਂ ਛਡਾਓ। ਬਾਈ ਪੇੜ ਨੇ ਨਹੀਂ ਜੱਫਾ ਪਾ ਰੱਖਿਆ, ਤੂੰ ਪੇੜ ਨੂੰ ਜੱਫਾ ਪਾ ਰੱਖਿਆ। ਹੁਣ ਮੈਂ ਤੁਹਾਨੂੰ ਫੇਰ ਸਮਝਾਉਣ ਲੱਗਾ, ਸਮਝਾਓ। ਔਰ ਮੈਨੂੰ ਉਮੀਦ ਆ ਕਿ ਤੁਹਾਡੇ ਸਰੋਤੇ ਸਮਝ ਆਣਗੇ। ਪਤਾ ਨਹੀਂ ਤੁਸੀਂ ਸਮਝਣਾ ਚਾਹੋ ਨਾ ਸਮਝਣਾ ਚਾਹੋ।
2 ਮਹੀਨਿਆਂ ਤੋਂ ਹੀ ਜੋ ਕਿਸਾਨਾਂ ਦੇ ਖਦਸ਼ੇ ਸੀ ਉਹ ਕੇਂਦਰ ਸਰਕਾਰ ਨੂੰ ਦੱਸੇ। ਕੇਂਦਰ ਸਰਕਾਰ ਦੀ ਵਜ਼ਾਰਤ ਚੰਡੀਗੜ੍ਹ ਚ ਆਉਂਦੀ ਆ, ਕੇਂਦਰ ਸਰਕਾਰ ਦੀ ਵਜ਼ਾਰਤ ਆ ਕੇ ਇੱਥੇ ਕਹਿ ਕੇ ਜਾਂਦਾ ਹੈ ਕਿ ਜਿਹੜੇ ਤੁਹਾਡੇ ਖਦਸ਼ੇ ਨੇ ਉਹ ਅਸੀਂ 100% ਰਹਿਣਗੇ, ਇਹਨਾਂ ਨੂੰ ਨਹੀਂ ਕੱਢਣ ਬਾਹਰ ਹੋਣ ਦਿਆਂਗੇ। ਇਸੇ ਅਸ਼ੋਰੈਂਸ ਉੱਤੇ ਸਾਨੂੰ ਅਸ਼ੋਰੈਂਸ ਦਿੱਤੀ ਜਾਂਦੀ ਆ। ਬਿਨਾਂ ਉਹਨਾਂ ਖਦਸ਼ਿਆਂ ਨੂੰ ਦੂਰ ਕੀਤਿਆਂ ਕਾਨੂੰਨੀ ਜਾਮਾ ਪਿਆ ਆ ਉਹ ਕਾਨੂੰਨ ਲਿਆ ਦਿੱਤਾ ਜਾਂਦਾ ਹੈ। ਮੇਰੇ ਕੋਲ 2 ਰਸਤੇ ਸੀ। ਇੱਕ, ਪਿਛਲੇ 6 ਸਾਲ ਦਾ ਇਤਿਹਾਸ, ਪਾਣੀ ਦਾ ਬਿੱਲ ਆਇਆ, ਮੈਂ ਛੱਡ ਕੇ ਨਹੀਂ ਭੱਜਿਆ, ਮੈਂ ਮੈਦਾਨ 'ਚ ਲੜਿਆ, ਪਾਣੀ ਦਾ ਬਿੱਲ ਵਾਪਸ ਕਰਾਇਆ। GST ਲੱਗੀ, ਮੈਂ ਛੱਡ ਕੇ ਨਹੀਂ ਭੱਜਿਆ, ਮੈਂ ਮੈਦਾਨ 'ਚ ਲੜਿਆ, GST ਵਾਪਸ ਕਰਾਈ। ਮੇਰੇ ਕੋਲ ਆਪਸ਼ਨ ਇਹ ਸੀ, ਮੈਂ ਉਹ ਵਾਲੀ ਗੱਲ ਕਰਾਂ ਜਾਂ ਅੱਜ ਆਰਡੀਨੈਂਸ ਹੈ ਮੈਂ ਛੱਡ ਕੇ ਭੱਜਿਆ ਜੀ। ਲੋਕਾਂ ਨੇ ਕਹਿਣਾ ਸੀ, ਮੇਰਾ ਹੁਣ ਦੁਬਾਰਾ ਸਵਾਲ ਸੁਣ ਲਿਓ ਜੇ, ਫਿਰ ਇਹ ਤੋਂ ਬਾਅਦ ਤੁਹਾਨੂੰ ਲੋਕਾਂ ਨੇ ਤੁਸੀਂ ਮੈਨੂੰ ਸਵਾਲ ਪੁੱਛਣਾ ਜੇ ਮਾਈਕ ਆ ਹੋਣਾ ਸੀ, ਸਿਰਸਾ ਜੀ ਜਦੋਂ ਤੁਸੀਂ ਉਹ ਕੰਮ ਕਰਾਏ ਤੇ ਆ ਕਿਉਂ ਨਹੀਂ, ਤੁਸੀਂ ਕਿਉਂ ਛੱਡ ਕੇ ਭੱਜੇ, ਤੁਸੀਂ ਲੜਦੇ ਤੇ ਸਹੀ, ਤੁਸੀਂ ਸਰਕਾਰ ਨੂੰ ਮਨਾਉਂਦੇ ਤੇ ਸਹੀ, ਫਿਰ ਤੁਸੀਂ ਵੀ ਸਵਾਲ ਪੁੱਛਣੇ ਸੀ। ਸਿਰਸਾ ਸਾਹਿਬ ਹੁਣ ਮੈਂ ਤੁਹਾਡੀ ਗੱਲ ਸੁਣ ਲਈ। ਇੱਕ ਆਖਰੀ ਸਵਾਲ ਮੇਰਾ, ਤੁਸੀਂ ਦੱਸ ਰਹੇ ਹੋ ਉੱਥੇ ਕਿ ਅਸੀਂ ਖਰਚੇ ਜਿਹੜੇ ਜ਼ਾਹਰ ਕੀਤੇ ਸੀਗੇ, ਮੈਂ ਉਹ ਤੁਹਾਡੇ ਤੋਂ ਜਾਣਨਾ ਚਾਹੁੰਦਾ ਤੁਸੀਂ ਸੈਂਟਰ ਸਰਕਾਰ ਦੇ ਕੋਲ ਕੀ ਮੰਗ ਰੱਖੀ ਕਿ ਇਹਨਾਂ ਬਿੱਲਾਂ ਦੇ ਵਿੱਚ ਕੀ ਅਮੈਂਡਮੈਂਟ ਹੋਣੀ ਚਾਹੀਦੀ ਹੈ? ਸ਼੍ਰੋਮਣੀ ਅਕਾਲੀ ਦਲ ਨੇ ਕੁਝ ਤਾਂ ਰੱਖਿਆ ਹੋਣਾ ਨਾ। ਇਹ ਵੀ ਮੈਂ ਤੁਹਾਨੂੰ ਹੁਣ ਆਖਰੀ ਵੀ ਨਾ ਦੱਸਣ ਲੱਗਾ, ਵੀ ਸੁਣਿਓ ਜੇ ਔਰ ਤੁਹਾਡੇ ਸਰੋਤ ਨੂੰ ਸੰਬੋਧਿਤ ਕਰਕੇ। ਸਾਡੇ ਖਦਸ਼ੇ ਛੱਡ ਦਿਓ, ਖਦਸ਼ੇ ਤੁਹਾਡਾ, ਤੁਸੀਂ ਜ਼ਿਮੀਂਦਾਰ ਜੇ, ਤੁਸੀਂ ਕਿਸਾਨ ਭਾਈਚਾਰਾ ਜੇ, ਖਦਸ਼ੇ ਕਿਸਾਨਾਂ ਦੇ ਨੇ। ਬੜੀ ਸਿੰਪਲ ਗੱਲ ਆ। ਅੱਜ ਜਿਹੜੀਆਂ ਪਾਰਟੀਆਂ ਕਹਿੰਦੀਆਂ ਨੇ ਨਾ ਕਿ ਜੀ ਅਕਾਲੀ, ਸਾਡੀ ਗੱਲ ਨਹੀਂ ਛੱਡੋ, ਗੱਲ ਕਿਸਾਨ ਦੀ ਆ। ਜੋ ਕਿਸਾਨ ਦੇ ਖਦਸ਼ੇ ਨੇ ਤੇ ਬੜੇ ਛੋਟੇ ਛੋਟੇ ਨੇ। ਕਿਸਾਨ ਇੱਕੋ ਗੱਲ ਕਹਿੰਦਾ, ਭਾਈ ਮੇਰਾ ਮਾਲ ਜਿਹੜਾ ਹੈ ਨਾ ਉਹਦੇ ਪੈਸੇ ਮੈਨੂੰ ਮਿਲਣੇ ਚਾਹੀਦੇ ਨੇ। ਸਰ ਕਿਸਾਨ ਕਹਿ ਰਹੇ ਨੇ ਬਿੱਲ ਰੱਦ ਕਰਵਾਵਾਂਗੇ ਅਸੀਂ, ਜਿੰਨੀ ਦੇਰ ਬਿੱਲ ਰੱਦ ਨਹੀਂ ਕਰਦੇ ਸੈਂਟਰ ਅਸੀਂ ਪਿੱਛੇ ਨਹੀਂ ਹਟਾਂਗੇ। ਮੈਂ ਤਾਂ ਕਿਸਾਨ ਦੇ ਨਾਲ ਹੀ ਆ। ਕਿਸਾਨ ਦਾ ਜੋ ਖਦਸ਼ਾ, ਮੈਂ ਤਾਂ ਪਹਿਲੀ ਇੱਕੋ ਲਾਈਨ ਕਹੀ ਆ, ਕਿਸਾਨ ਜੋ ਚਾਹੁੰਦਾ ਹੈ ਨਾ, ਜਦੋਂ ਤੱਕ ਕੇਂਦਰ ਸਰਕਾਰ ਉਸ ਨੂੰ ਨਹੀਂ ਮੰਨਦੀ ਤੇ ਕਿਸਾਨ ਕੋਲ ਲੜਾਈ ਕੀ ਹੋਰ? ਕਿਸਾਨ ਦੀ ਲੜਾਈ ਤਾਂ ਬੜੀ ਸਿੰਪਲ ਆ। ਤੁਹਾਡੀ ਲੜਾਈ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਬਿੱਲ ਰੱਦ ਨਹੀਂ ਕਰਦੀ ਜਾਰੀ ਰਹੇਗੀ। ਕਿਸਾਨ ਦੀ ਲੜਾਈ ਆ, ਜੋ ਕਿਸਾਨ ਦੇ ਖਦਸ਼ੇ, ਜੋ ਕਿਸਾਨ ਦੀ ਮੰਗ, ਉਹੀ ਅਕਾਲੀ ਦਲ ਦੀ ਮੰਗ ਆ। ਕੋਈ ਅਕਾਲੀ ਦਲ ਦੀ ਵੱਖਰੀ ਮੰਗ ਨਹੀਂ ਹੋ ਸਕਦੀ। ISI ਦੀ ਐਂਟਰੀ ਹੋਈ ਹੈ, ਕੈਪਟਨ ਸਾਹਿਬ ਨੇ ਬਿਆਨ ਦਿੱਤਾ ਕਿ ਕਿਸਾਨੀ ਰੋਹ ਦਾ ਫਾਇਦਾ ਚੁੱਕ ਸਕਦਾ ਹੈ ਪਾਕਿਸਤਾਨ, ISI ਚੁੱਕ ਸਕਦਾ ਹੈ। ਉਹਨਾਂ ਦੀ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ? ਕੈਪਟਨ ਅਮਰਿੰਦਰ ਸਿੰਘ ਜੀ, ਤੇ ਮੈਂ ਅਗਰ ਪੰਜਾਬੀ ਚ ਕਹਾਂ, ਕਹਿੰਦੇ ਤੂੰ ਨਹੀਂ ਬੋਲਦੀ, ਤੇਰੇ ਚੋਂ ਤੇਰਾ ਯਾਰ ਬੋਲਦਾ। ਇਹ ਕੈਪਟਨ ਸਾਹਿਬ ਦੇ ਬਿਆਨ ਨਹੀਂ ਹੋ ਸਕਦਾ, ਇਹ ਸਿੱਖ ਦਾ ਬਿਆਨ ਨਹੀਂ ਹੋ ਸਕਦਾ, ਇਹ ਪੰਜਾਬੀ ਮੁੱਖ ਮੰਤਰੀ ਦਾ ਬਿਆਨ ਨਹੀਂ ਹੋ ਸਕਦਾ। ਕਿਉਂਕਿ ਜਦੋਂ ਕਰਤਾਰਪੁਰ ਦਾ ਲਾਂਘਾ ਖੁੱਲਾ, ਵਾਹਦ ਇੱਕ ਬੰਦਾ ਸੀ ਪੂਰੇ ਦੇਸ਼ ਦੇ ਅੰਦਰ ਜਿਹੜਾ ਕਹਿ ਰਿਹਾ ਸੀ ਕਰਤਾਰਪੁਰ ਦੇ ਨਹੀਂ ਅੱਤਵਾਦੀ ਆਉਣਗੇ। ਸਿੱਖ ਕਹਿ ਰਹੇ ਸੀ ਉੱਥੋਂ ਅਸੀਸਾਂ ਆਉਣਗੀਆਂ, ਸਿੱਖ ਕਹਿ ਰਹੇ ਸੀ ਉੱਥੋਂ ਗੁਰੂ ਸਾਹਿਬ ਦੀ ਰਹਿਮਤ ਬਖਸ਼ਿਸ਼ ਵਰਤੂਗੀ ਤੁਹਾਡੇ ਤੇ, ਪੂਰਾ ਦੇਸ਼ ਕਹਿ ਰਿਹਾ ਸੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਵਰਤੂਗੀ। ਕੈਪਟਨ ਅਮਰਿੰਦਰ ਸਿੰਘ ਕਹਿ ਰਿਹਾ ਸੀ ਅੱਤਵਾਦ ਆਊਗਾ। ਹੁਣ ਕਿਸਾਨ ਆਪਣੀ ਲੜਾਈ ਲੜਦਾ ਪਿਆ, ਖੇਤ ਮਜ਼ਦੂਰ ਆਪਣੀ ਲੜਾਈ ਲੜਦਾ ਪਿਆ, ਅੰਨਦਾਤਾ ਸੜਕਾਂ ਤੇ ਖੜਾ ਧੁੱਪੇ ਡੰਡੇ ਖਾ ਰਿਹਾ। ਕੈਪਟਨ ਸਾਹਿਬ ਕਹਿ ਰਹੇ ਨੇ ਜੀ ਇਹ ISI ਦੇ ਨਾਲ ਚਲੇ ਜਾਣਗੇ। ਸੋ ਇਹੀ ਕਾਂਗਰਸ ਦੀ ਸੋਚ ਰਹੀ ਹੈ। ਕਾਂਗਰਸ ਨੇ ਵੀ ਸਾਨੂੰ ਅੱਤਵਾਦੀ ਦੱਸਿਆ, ਵੱਖਵਾਦੀ ਦੱਸਿਆ, ਨਸ਼ੇੜੀ ਦੱਸਿਆ, ਤੇ ਕਾਂਗਰਸ ਦੇ ਹੀ ਵਿਚਾਰੇ ਕੈਪਟਨ ਅਮਰਿੰਦਰ ਸਿੰਘ ਜੀ ਤੇ ਮਜਬੂਰੀ ਆ, ਉਹ ਤਾਂ ਕੁਝ ਖੁਦ ਕਰ ਨਹੀਂ ਸਕਦੇ। ਸੋ ਇਹ ਸਨ ਸਿਰਸਾ ਸਾਹਿਬ ਜਿਨ੍ਹਾਂ ਨੇ ਆਖਿਆ ਹੈ ਕਿ ਕਿਸਾਨਾਂ ਦੀ ਲੜਾਈ ਲੜ ਰਹੇ ਨੇ ਸ਼੍ਰੋਮਣੀ ਅਕਾਲੀ ਦਲ, ਤੇ ਕਿਸਾਨਾਂ ਦੀ ਲੜਾਈ ਇਹ ਹੈ, ਉਹ ਚਾਹੁੰਦੇ ਨੇ ਕਿ ਇਹ ਜਿਹੜੇ ਬਿੱਲ ਹੈਗੇ ਨੇ ਉਹ ਰੱਦ ਹੋਣੇ ਚਾਹੀਦੇ ਨੇ ਕਿਉਂਕਿ ਇਹ ਕਿਸਾਨ ਵਿਰੋਧੀ ਬਿੱਲ ਹੈਗੇ ਨੇ। ਪਰ ਇੱਕ ਸਵਾਲ ਜ਼ਰੂਰ ਬਣਿਆ ਹੋਇਆ ਹੈ ਕਿ ਕਿਸੇ ਟਾਈਮ ਸੁਖਬੀਰ ਸਿੰਘ ਬਾਦਲ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸਾਂ ਕਰਕੇ ਇਹ ਗੱਲ ਕਹਿੰਦੇ ਰਹੇ ਨੇ ਕਿ ਇਹ ਬਿੱਲ ਬੜੇ ਫਾਇਦੇਮੰਦ ਨੇ ਕਿਸਾਨੀ ਲਈ, ਅਸੀਂ ਸੈਂਟਰ ਕੋਲ ਲਿਖਵਾ ਲਿਆਏ ਹਾਂ, ਸਾਰਾ ਕੁਝ ਉਹਨਾਂ ਨੇ ਸਾਨੂੰ ਲਿਖਤੀ ਤੌਰ ਤੇ ਦਿੱਤਾ ਹੈ ਕਿ ਇਸ ਨਾਲ ਕਿਸਾਨਾਂ ਦਾ ਨੁਕਸਾਨ ਨਹੀਂ ਹੋਏਗਾ। ਜੇ ਕਿਸਾਨਾਂ ਦਾ ਨੁਕਸਾਨ ਨਹੀਂ ਹੋਵੇਗਾ ਤਾਂ ਫਿਰ ਇਹ ਬਿੱਲ ਲਿਆਉਣ ਦੀ ਕੀ ਲੋੜ ਸੀ? ਪਹਿਲੀ ਗੱਲ ਤਾਂ ਇਹ ਹੈਗੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਦੇ ਵਿੱਚ ਕੁਝ ਦੇਰੀ ਕਰ ਗਿਆ ਕਿਉਂਕਿ ਅੱਜ ਕਈ ਥਾਵਾਂ ਦੇ ਉੱਤੇ ਕਿਸਾਨਾਂ ਦੇ ਵਿੱਚ ਵੀ ਇਹ ਗੱਲ ਹੈਗੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਇਹਨਾਂ ਬਿੱਲਾਂ ਦੀ ਤਾਰੀਫ ਕਰਦਾ ਰਿਹਾ ਤੇ ਅੱਜ ਇਹਨਾਂ ਬਿੱਲਾਂ ਦੇ ਵਿਰੁੱਧ ਡਟ ਗਿਆ। ਪਰ ਇੱਕ ਚੰਗੀ ਗੱਲ ਜ਼ਰੂਰ ਇਹ ਹੈਗੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬੇਸ਼ੱਕ ਦੇਰੀ ਨਾਲ ਡਟਿਆ, ਪਰ ਅੱਜ ਇਹਨਾਂ ਬਿੱਲਾਂ ਦਾ ਜੇ ਉਹ ਵਿਰੋਧ ਕਰਕੇ ਹਰਸਿਮਰਤ ਕੌਰ ਬਾਦਲ ਸੈਂਟਰ ਦੇ ਵਿੱਚ ਆਪਣੀ ਕੁਰਸੀ ਛੱਡ ਦਿੰਦੇ ਨੇ, ਇਹਦੇ ਵਿੱਚ ਕਿਸਾਨਾਂ ਲਈ ਆਪਾਂ ਭਲਾ ਹੀ ਸੋਚ ਸਕਦੇ ਹਾਂ ਕਿਉਂਕਿ ਜੇ ਸਾਰੀਆਂ ਰਾਸ਼ਟਰੀ ਪਾਰਟੀਆਂ ਇਸ ਮੁੱਦੇ ਉੱਤੇ ਇਕਜੁੱਟ ਹੁੰਦੀਆਂ ਨੇ ਤੇ ਕਿਸਾਨਾਂ ਦੇ ਅੰਦੋਲਨ ਨੂੰ ਹੋਰ ਬਲ ਮਿਲੇਗਾ ਕਿਉਂਕਿ ਇਹ ਜਿਹੜੀ ਲੜਾਈ ਹੈਗੀ ਹੈ ਜੇ ਕਾਨੂੰਨੀ ਤੌਰ ਤੇ ਤਾਂ ਲੜੀ ਜਾਊਗੀ ਪਰ ਤੱਕ ਇੱਕ ਲੋਕ ਲਹਿਰ ਪੈਦਾ ਨਹੀਂ ਹੁੰਦੀ ਉਨੀ ਦੇਰ ਤੱਕ ਮੰਨਿਆ ਜਾ ਰਿਹਾ ਕਿ ਉਨੀ ਦੇਰ ਤੱਕ ਕਿਸਾਨੀ ਦੀ ਜਿੱਤ ਨਹੀਂ ਹੋ ਸਕਦੀ। ਮੁੱਲਾਪੁਰ ਤੋਂ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਅਮਨ ਮੋਹਨ ਮੋਜਾਲ ਦੀ ਰਿਪੋਰਟ, ਹਮਦਰ TV।